विद्या विचारी तां पर उपकारी जा पंचरासी ता तीर्थवासी। गुरु की प्यारी साध संगत जी, तुहाडे अपने खास प्रोग्राम सांझ विचारां दे विच आप सारिਆਂ ਦਾ स्वागत है। जी हाँ, अज जिहड़ा विषय तुहाडे रूबरू करन जा रहे हैं, अक्सर साडी ये कोशिश हुंदी है कि वो विषय तुहाडे रूबरू किते जाण जिन्हां नाल साडा नेड़ला संबंध है, या फिर ऐ भी कह सकते हैं रोज़ाना उस नाल जुड़े भी पे हाँ, परंतु उन्हां नालों असीं टुटे भी पे हाँ। जी हाँ, अज असीं गल करांगे उस पावन पवित्र ग्रंथ बारे। जी हाँ, वो ग्रंथ जिस दी रोज़ाना लड़ीवार कथा इतिहासक गुरधामां तो इलावा होर ਵੱਖ-ਵੱਖ ਸਿੰਘ ਸਭਾ ਗੁਰੂ ਘਰਾਂ ਦੇ ਵਿੱਚ ਵੀ ਸ਼ਾਮ ਨੂੰ ਕੀਤੀ ਜਾਂਦੀ ਹੈ ਅਤੇ ਸਿੱਖ ਇਤਿਹਾਸ ਨੂੰ ਸੰਗਤਾਂ ਦੇ ਰੂਬਰੂ ਕੀਤਾ ਜਾਂਦਾ ਹੈ। ਉਹ ਪਾਵਨ ਪਵਿੱਤਰ ਗ੍ਰੰਥ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। जी हाँ, इस पूरे ग्रंथ बारे गलबात करने लई साडे कोल पंथ दे दो महान विद्वान साडे अति सत्कारयोग पहले ने डॉक्टर अमन सिंह जी श्री गुरु ग्रंथ साहिब विश्व यूनिवर्सिटी तो अते दूसरे मेहमान ने सिख आर्टिस्ट साडे अति सत्कारयोग सरदार हरप्रीत सिंह जी नास। तुहाडा स्वागत जी। वाहिगुरू जी का खालसा वाहिगुरू जी की फतेह। डॉक्टर अमन सिंह, जेकर गल की जाए इस पावन पवित्र ग्रंथ बारे, अक्सर कहा जाता है कि ग्रंथ इतिहास नूं रूपमान करते हैं। ਜਦੋਂ ਅਸੀਂ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤੇ ਸਭ ਤੋਂ ਲੰਬੇਰੀ ਜਿਹੜੀ ਆਕਾਰ ਦੀ ਰਚਨਾ ਹੈ, ਇਤਿਹਾਸਕ ਸਰੋਤ ਜਿਹਨੂੰ ਕਿਹਾ ਜਾਂਦਾ ਹੈ, ਉਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਮੈਂ ਚਾਹਾਂਗਾ ਥੋੜੀ ਜਿਹੀ ਇਹਦੇ ਬਾਰੇ ਵੀ ਜਾਣ ਪਹਿਚਾਣ ਆਰੰਭਤਾ ਵਾਲੀ ਕਿਵੇਂ ਕਰਾਉਂਗੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸਿੱਖ ਇਤਿਹਾਸ ਦਾ ਇੱਕ ਵਡਮੁੱਲਾ ਸਰੋਤ ਹੈ, ਜਿਹੜਾ ਕਿ ਮਹਾਕਾਵਿ ਦੀ ਉਪਾਧੀ ਵੀ ਰੱਖਦਾ ਹੈ। ਤੇ ਇਹ ਗ੍ਰੰਥ ਦੋ ਗ੍ਰੰਥਾਂ ਦੇ ਸੁਮੇਲ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਸੁਮੇਲ ਤੋਂ ਜਿਹੜਾ ਸਾਂਝਾ ਨਾਮ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਨਾਂ ਨਾਲ ਜਾਣਿਆ ਜਾਂਦਾ ਤੇ ਸਿੱਖ ਪੰਥ ਵਿੱਚ ਇਸ ਨੂੰ ਸੂਰਜ ਪ੍ਰਕਾਸ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਿੱਖ ਇਤਿਹਾਸ, ਸਿੱਖ ਸਾਹਿਤ, ਸਿੱਖ ਦਰਸ਼ਨ ਦਾ ਜਿਹੜਾ ਕਿ ਵੱਡਾ ਸਰੋਤ ਹੈ ਤੇ ਇਸ ਗ੍ਰੰਥ ਦੀ ਗੁਰਦੁਆਰਾ ਸਾਹਿਬਾਨ ਵਿੱਚ ਰੋਜ਼ਾਨਾ ਸ਼ਾਮ ਨੂੰ ਕਥਾ ਕੀਤੀ ਜਾਂਦੀ ਹੈ। ਅਕਸਰ ਕਿਹਾ ਜਾਂਦਾ ਡਾਕਟਰ ਅਮਨ ਸਿੰਘ, ਜਦੋਂ ਕਿਸੇ ਗ੍ਰੰਥ ਦੀ ਰਚਨਾ ਕਰਨੀ ਹੋਵੇ ਇਤਿਹਾਸਕਾਰ ਦੇ ਵੱਲੋਂ ਸਿੱਖ ਸਿਧਾਂਤਾਂ ਨੂੰ ਅੱਗੇ ਰੱਖਿਆ ਜਾਂਦਾ ਹੈ। ਜਦੋਂ ਅਸੀਂ ਇਸ ਰਚਨਾਕਾਰ ਦੀ ਗੱਲ ਕਰਦੇ ਹਾਂ, ਕੀ ਸਿੱਖ ਸਿਧਾਂਤ, ਕੀ ਸਿੱਖ ਫਿਲਾਸਫੀ, ਕੀ ਸਿੱਖ ਵਿਚਾਰਧਾਰਾ ਨੂੰ ਇਸ ਗ੍ਰੰਥ ਦਾ ਵੀ ਹਿੱਸਾ ਬਣਾਇਆ ਗਿਆ? ਜਦੋਂ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਸਿੱਖਿਆ ਗ੍ਰਹਿਣ ਕੀਤੀ, ਭਾਈ ਸੰਤ ਸਿੰਘ ਜੀ ਦੀ ਸੰਗਤ ਮਾਣਦਿਆਂ ਉਹਨਾਂ ਨੇ ਸਾਰੇ ਗ੍ਰੰਥਾਂ ਦਾ ਅਧਿਐਨ ਕੀਤਾ, ਤਾਂ ਉਹਨਾਂ ਦੇ ਜਦੋਂ ਉਹਨਾਂ ਨੇ ਇਸ ਗ੍ਰੰਥ ਦੀ ਰਚਨਾ ਕਰਨੀ ਸੀਗੀ ਤਾਂ ਉਹਨਾਂ ਦੀ ਦ੍ਰਿਸ਼ਟੀ ਵਿੱਚ ਜਿਹੜੇ ਸਾਰੇ ਸੰਸਕ੍ਰਿਤ ਦੇ ਗ੍ਰੰਥ ਸੀਗੇ, ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕੀਤਾ, 12 ਭਾਈ ਗੁਰਦਾਸ ਦਾ ਅਧਿਐਨ ਕੀਤਾ, ਸ੍ਰੀ ਦਸਮ ਗ੍ਰੰਥ ਦਾ, ਤੇ ਹੋਰ ਜਿੰਨੇ ਪਹਿਲੇ ਸਰੋਤ ਸੀਗੇ ਉਹਨਾਂ ਸਾਰਿਆਂ ਦਾ ਅਧਿਐਨ ਕੀਤਾ ਤੇ ਉਹਨਾਂ ਤੋਂ ਹੀ ਇਹਨਾਂ ਨੇ ਪ੍ਰੇਰਨਾ ਲੈ ਕੇ ਇਸ ਗ੍ਰੰਥ ਦੀ ਰਚਨਾ ਕੀਤੀ। ਹਰਪ੍ਰੀਤ ਸਿੰਘ, ਤੁਸੀਂ ਲੰਬੇ ਸਮੇਂ ਤੋਂ ਸਿੱਖ ਚਿੱਤਰਕਾਰੀ ਵਿੱਚ ਵਿਚਰਦੇ ਹੋ। ਇਹ ਵੀ ਪਤਾ ਲੱਗਿਆ ਕਿ ਤੁਹਾਡੇ ਵੱਲ ਜਿਹੜੇ ਚਿੱਤਰ ਬਣਾਏ ਜਾਂਦੇ ਨੇ ਪਹਿਲੇ ਸਿੱਖ ਸਿਧਾਂਤਾਂ ਨੂੰ ਪੜ੍ਹਿਆ ਜਾਂਦਾ ਹੈ। ਤੁਸੀਂ ਲੰਬਾ ਸਮਾਂ ਇਹਨਾਂ ਸਿੱਖ ਸੋਰਸਿਸ ਨੂੰ ਪੜ੍ਹਿਆ। ਮੈਂ ਚਾਹਾਂਗਾ ਥੋੜ੍ਹਾ ਜਿਹਾ ਰਚਨਾਕਾਰ ਬਾਰੇ ਵੀ ਆਪਾਂ ਗੱਲ ਕਰੀਏ। ਰਚਨਾਕਾਰ ਕਿੱਥੋਂ ਸੰਬੰਧ ਰੱਖਦੇ ਸਨ, ਕਿਵੇਂ ਦੀ ਉਹਨਾਂ ਦੀ ਸਥਿਤੀ ਸੀ, ਉਹਨਾਂ ਦਾ ਪਿਛੋਕੜ ਕੀ ਸੀ? ਕਿਉਂਕਿ ਜਦੋਂ ਸਿੱਖ ਇਤਿਹਾਸ ਲਿਖਣਾ ਹੋਵੇ ਤੇ ਪੂਰੀ ਡਿਟੇਲ ਦੇ ਵਿੱਚ ਆਪਣੇ ਜੀਵਨ ਨੂੰ ਢਾਲਣਾ ਪੈਂਦਾ। ਹਾਂਜੀ ਬਿਲਕੁਲ, ਭਾਈ ਸੰਤੋਖ ਸਿੰਘ ਜੀ ਦਾ ਪਿਛੋਕੜ ਬੂੜੀਆ ਅਤੇ ਮਾਝੇ ਦਾ ਪਿੰਡ ਨੂਰ ਦੀ ਸਰਾਂ ਦੇ ਨਾਲ ਜੁੜਦਾ ਹੈ ਜੀ। ਉਹਨਾਂ ਦੇ ਪਿਤਾ ਜੀ ਸਰਦਾਰ ਦੇਵਾ ਸਿੰਘ ਅਤੇ ਮਾਈ ਰਾਜਦੀ ਜੀ ਸੀ। ਉਹਨਾਂ ਦਾ ਜਨਮ 1787 ਦੇ ਈਸਵੀ ਵਿੱਚ ਨੂਰ ਦੀ ਸਰਾਂ ਹੋਇਆ ਜੀ। ਉਹਨਾਂ ਦੇ ਪਿਤਾ ਜੀ ਨੂੰ ਗੁਰਸਿੱਖੀ ਪ੍ਰੇਮ ਸੀ, ਇਸ ਲਈ ਉਹਨਾਂ ਦਾ ਸਨੇਹ ਭਾਵ ਗਿਆਨੀ ਸੰਤ ਸਿੰਘ ਜੀ ਨਾਲ ਸੀ, ਜੋ ਉਸ ਸਮੇਂ ਉੱਘੇ ਪ੍ਰਚਾਰਕ ਸਨ। ਅਤੇ ਇਸ ਲਈ ਉਹਨਾਂ ਦੀ ਇੱਛਾ ਸੀ ਕਿ ਮੇਰਾ ਲੜਕਾ ਵੀ ਪ੍ਰਚਾਰਕ ਬਣੇ। ਤਾਂ ਉਹਨਾਂ ਨੇ ਆਪਣੇ ਲੜਕੇ ਨੂੰ ਭਾਈ ਸੰਤੋਖ ਸਿੰਘ ਨੂੰ ਭਾਈ ਸੰਤ ਸਿੰਘ ਕੋਲ ਵਿਦਿਆ ਗ੍ਰਹਿਣ ਕਰਨ ਲਈ ਭੇਜਿਆ, ਵਿਦਿਆ ਗ੍ਰਹਿਣ ਕਰਨ ਵਾਸਤੇ। ਤੇ ਉੱਥੇ ਉਹਨਾਂ ਨੇ 15 ਸਾਲ ਰਹਿ ਕੇ ਜੀ ਸਿੱਖ ਸਰੋਤਾਂ ਦਾ ਅਧਿਐਨ ਕੀਤਾ, ਸਿੱਖ ਸਿਧਾਂਤਾਂ ਦਾ, ਸੰਸਕ੍ਰਿਤ ਸਿੱਖੀ, ਮਤਲਬ ਹਰ ਤਰ੍ਹਾਂ ਦਾ ਅਧਿਐਨ ਗਿਆਨੀ ਸੰਤ ਸਿੰਘ ਜੀ ਬਹੁਤ ਵਿਦਵਤਾ ਉਦੋਂ ਮੰਨੇ। ਕਿੰਨਾ ਕੁ ਸਮਾਂ ਲੱਗਿਆ ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜਾ ਸਮੁੱਚਾ ਗ੍ਰੰਥ ਹੈ ਇਹਨੂੰ ਲਿਖਣ ਵਾਸਤੇ? ਸੂਰਜ ਪ੍ਰਕਾਸ਼ ਲਿਖਣ ਵਾਸਤੇ ਜੀ ਇਹ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਜੀ ਕਿ ਉਰੇ ਵਿਦਿਆ ਗ੍ਰਹਿਣ ਕਰਨ ਤੋਂ ਬਾਅਦ ਉਹਨਾਂ ਨੂੰ ਬੂੜੀਆ ਦਾ ਜਿਹੜਾ ਰਿਆਸਤ ਸੀਗੀ ਉਹਨਾਂ ਦਾ ਫੌਜਦਾਰ ਸੀਗਾ ਜੀ ਇੱਕ ਦਿਆਲ ਸਿੰਘ, ਉਹ ਭਾਈ ਸੰਤੋਖ ਸਿੰਘ ਜੀ ਨੂੰ ਉੱਥੇ ਲੈ ਗਏ ਜੀ। ਭਾਈ ਸੰਤੋਖ ਸਿੰਘ ਜੀ ਨੇ ਉੱਥੇ ਰਹਿੰਦੇ ਹੋਏ ਪਹਿਲਾਂ ਅਮਰਕੋਸ਼ ਜਿਹੜਾ ਸੰਸਕ੍ਰਿਤ ਦਾ ਕੋਸ਼ ਸੀਗਾ ਜੀ ਉਹਦਾ ਹਿੰਦੀ ਵਿੱਚ ਅਨੁਵਾਦ ਕੀਤਾ ਜੀ। ਉਸ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਆਇਆ ਕਿ ਸਿੱਖ ਇਤਿਹਾਸ ਨੂੰ ਕਾਵਿਮਈ ਰੂਪ ਦਿੱਤਾ ਜਾਵੇ, ਤਾਂ ਉਹਨਾਂ ਨੇ ਪਹਿਲਾਂ ਸਾਰੀਆਂ ਜਨਮ ਸਾਖੀਆਂ ਇਕੱਤਰ ਕੀਤੀਆਂ ਤੇ ਜੀ ਰਵਾਇਤਾਂ ਤੋਂ ਇਕੱਠਾ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਆਰੰਭ ਕੀਤਾ ਜੀ।
1823 ਦੇ ਵਿੱਚ ਉਹਨਾਂ ਨੇ ਨਾਨਕ ਪ੍ਰਕਾਸ਼ ਪੂਰਨ ਕੀਤਾ ਜੀ। ਉਸ ਸਮੇਂ ਇਹ ਵੀ ਦੱਸਿਆ ਜਾਂਦਾ ਕਿ ਉਹ ਜਦੋਂ ਗ੍ਰੰਥ ਲਿਖਦੇ ਸਨ ਤਾਂ ਸ਼ਾਮ ਨੂੰ ਉਸ ਦੀ ਕਥਾ ਵੀ ਕਰਿਆ ਕਰਦੇ ਸਨ। ਕੀ ਬਾਤ ਹੈ। ਤਾਂ ਕਥਾ ਕਰਦੇ ਸਨ, ਸੰਗਤ ਦਾ ਬਹੁਤ ਪ੍ਰੇਮ ਉਪਜਦਾ, ਸੰਗਤ ਬਹੁਤ ਚੰਗੀ ਤਰ੍ਹਾਂ ਜੁੜਦੀ ਜੀ। ਇਸ ਲਈ ਭਾਈ ਸਾਹਿਬ ਦੀ ਪ੍ਰਸਿੱਧੀ ਦੂਰ ਦੂਰ ਤੱਕ ਹੋ ਗਈ ਤੇ ਹੋਰ ਗੁਰਦੁਆਰਾ ਸਾਹਿਬਾਨ ਵਿੱਚ ਵੀ ਇਸ ਦੀ ਕਥਾ ਆਰੰਭ ਹੋਈ ਜੀ। ਇਸ ਦੀਆਂ ਨਕਲਾਂ ਵੀ ਆਰੰਭ ਹੋਈਆਂ ਜੀ। ਅਕਸਰ ਵੇਖਿਆ ਜਾਂਦਾ ਡਾਕਟਰ ਅਮਨ ਸਿੰਘ, ਜਦੋਂ ਕਿਸੇ ਗ੍ਰੰਥ ਦੀ ਕਥਾ ਗੁਰੂ ਘਰਾਂ ਵਿੱਚ ਆਰੰਭ ਹੁੰਦੀ ਹੈ ਤੇ ਸਿੱਖ ਸੰਗਤਾਂ ਵੀ ਚਾਹੁੰਦੇ ਹਨ ਕਿ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੂਰਾ ਸਿੱਖ ਇਤਿਹਾਸ ਅੱਖਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਤੁਸੀਂ ਆਰੰਭ ਵਿੱਚ ਆਖਿਆ ਸੀ ਕਿ ਜਿਹੜਾ ਪੂਰਾ ਗ੍ਰੰਥ ਹੈ ਕਾਵਿ ਰੂਪ ਦੇ ਵਿੱਚ ਹੈ ਜੀ। ਕਿੰਨੇ ਕੁ ਇਸ ਦੇ ਭਾਗ ਨੇ ਅਤੇ ਇਹਦੀ ਜਿਹੜੀ ਸ਼ੈਲੀ ਹੈ ਇਹ ਕਿਸ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਇਸ ਵਿੱਚ? ਇਹ ਜੀ ਜ਼ਿਆਦਾਤਰ ਜਿਹੜਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਇਹਦੀ ਜਿਹੜੀ ਭਾਸ਼ਾ ਬ੍ਰਜ ਰੱਖੀ ਹੈ ਤੇ ਕਾਮਈ ਜਦੋਂ ਉਹ ਚਿਤਰਨ ਕਰਦੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਜਿਹੜਾ ਚਿਤਰਨ ਕਰਦੇ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਜੀ, ਤਾਂ ਉਹ ਜਿਹੜੀ ਕੱਲੀ ਉਹਨਾਂ ਦੇ ਬਾਲਪਨ ਦੀ ਹੈਗੀ ਅਵਸਥਾ ਦਾ ਜ਼ਿਕਰ ਹੈਗਾ, ਕਿਸ ਤਰ੍ਹਾਂ ਉਹਨਾਂ ਦਾ ਬਾਲਪਨ 'ਚ ਉਹ ਛੋਟੇ ਬਚਪਨ ਵਿੱਚ ਜਿਹੜੀਆਂ ਆਪਣੀਆਂ ਖੇਡਾਂ ਕਰਦੇ ਨੇ ਤੇ ਉਹਨਾਂ ਦੇ ਮਾਤਾ ਪਿਤਾ ਲਾਡ ਲਡਾਉਂਦੇ ਨੇ, ਸਿੱਖਿਆ ਗ੍ਰਹਿਣ ਕਰਨ ਲਈ ਜਾਂਦੇ ਨੇ। ਉਹ ਇਸ ਤਰ੍ਹਾਂ ਚਿੱਤਰੇ ਨੇ ਕਿ ਬਿਲਕੁਲ ਅਸੀਂ ਉਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਜਾਂ ਕਥਾ ਸਰਵਣ ਕਰਦੇ ਹਾਂ, ਸੰਗਤ ਉਹਦਾ ਅਨੁਭਵ ਕਰਦੀ, ਉਸ ਮਾਹੌਲ ਦਾ ਹੀ ਹਿੱਸਾ ਬਣ ਜਾਂਦੀ ਆ। ਉਹ ਬਿਲਕੁਲ ਇਸ ਤਰ੍ਹਾਂ ਜਦੋਂ ਸਾਡੀ ਸੁਰਤ ਉੱਥੇ ਜੁੜਦੀ ਆ ਤਾਂ ਅਸੀਂ ਇਹ ਅਨੁਭਵ ਕਰਦੇ ਹਾਂ ਕਿ ਅਸੀਂ ਵੀ ਗੁਰੂ ਸਾਹਿਬ ਦੇ ਨਾਲ ਨਾਲ ਉਹਨਾਂ ਦੇ ਦੀਦਾਰ ਕਰ ਰਹੇ ਹਾਂ। ਇਸ ਰੂਪ 'ਚ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਇਸ ਗ੍ਰੰਥ ਦਾ ਚਿੱਤਰਨ ਕੀਤਾ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਰਚਨਾਕਾਰ ਵੱਲੋਂ ਜਾਂ ਇਤਿਹਾਸਕਾਰ ਵੱਲੋਂ ਕੋਈ ਗ੍ਰੰਥ ਲਿਖਣਾ ਹੋਵੇ ਤੇ ਪਿੱਛੇ ਬੈਕ ਸੋਰਸਿਸ ਬੜੇ ਜ਼ਿਆਦਾ ਕੰਮ ਕਰਦੇ ਨੇ। ਕੋਈ ਸ਼ਖਸੀਅਤ ਸੀ ਇਹੋ ਜੀ ਜਾਂ ਕਿਤੋਂ ਟ੍ਰੇਨਿੰਗ ਇਸ ਤਰ੍ਹਾਂ ਦੀ ਮਿਲ ਚੁੱਕੀ, ਕਿਉਂਕਿ ਕੋਸ਼ਕਾਰੀ ਆਮ ਵਿਅਕਤੀ ਨਹੀਂ ਕਰ ਸਕਦਾ, ਕਿਉਂਕਿ ਕੋਸ਼ਕਾਰੀ ਕਰਨੀ ਬਹੁਤ ਔਖਾ ਕਾਰਜ ਹੈ। ਕਿੰਨਾ ਕੁ ਲੰਬਾ ਸਮਾਂ ਲੱਗਿਆ ਮਹਾਕਵੀ ਸੰਤੋਖ ਸਿੰਘ ਜੀ ਨੂੰ? ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਵਿੱਦਿਆ ਗ੍ਰਹਿਣ ਕੀਤੀ, ਉਹ ਉਹਨਾਂ ਦਾ ਲਗਭਗ 15 ਸਾਲ ਦਾ ਸਮਾਂ ਸੀਗਾ ਜੀ ਜਿਹੜੀ ਵਿੱਦਿਆ ਗ੍ਰਹਿਣ ਕੀਤੀ। ਉਸ ਸਮੇਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ, 12 ਭਾਈ ਗੁਰਦਾਸ ਜੀ 10ਵੇਂ ਗ੍ਰੰਥ, ਸ੍ਰੀ ਗੁਰਸੋਭਾ, ਗੁਰਬਿਲਾਸ ਪਾਤਸ਼ਾਹੀ 10ਵੀਂ ਦੋਵੇਂ ਤੇ ਸ੍ਰੀ ਗੁਰਬਿਲਾਸ ਪਾਤਸ਼ਾਹੀ 6ਵੀਂ 10ਵੀਂ ਹੋ ਗਏ ਜੀ। ਤੇ ਇਦੋਂ ਬਿਨਾਂ ਵੀ ਜਿੰਨੇ ਮਹਿਮਾ ਪ੍ਰਕਾਸ਼ ਸੀਗੇ ਜਾਂ ਜਨਮ ਵਿਸਾਖੀਆਂ ਸੀਗੀਆਂ, ਜਿੰਨੇ ਵੀ ਸਰੋਤ ਮਿਲਦੇ ਸੀਗੇ, ਉਹਨਾਂ ਨੇ ਬਹੁਤ ਡੂੰਘਾਈ ਨਾਲ ਇਹਨਾਂ ਦਾ ਅਧਿਐਨ ਕੀਤਾ। ਇਸ ਤੋਂ ਇਲਾਵਾ ਜਿਹੜੇ ਹਿੰਦੂ ਗ੍ਰੰਥ ਸੀਗੇ ਉਹਨਾਂ ਦਾ ਵੀ ਅਧਿਐਨ ਕੀਤਾ। ਇਸ ਲਈ ਉਹਨਾਂ ਦੇ ਦ੍ਰਿਸ਼ਟੀ ਵਿੱਚ ਬਹੁਤ ਸਾਰੀ ਸਮੱਗਰੀ ਸੀਗੀ। ਜਦੋਂ ਇਸ ਗ੍ਰੰਥ ਨੂੰ ਰਚਨਾ ਕਰਨੀ ਸੀਗੀ ਤਾਂ ਉਹਨਾਂ ਦਾ ਵਿਜ਼ਨ ਬਹੁਤ ਵਿਸ਼ਾਲ ਸੀਗਾ ਤੇ ਉਸ ਦ੍ਰਿਸ਼ਟੀ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਸਾਰਾ ਜੋ ਆਪਣਾ ਅਧਿਐਨ ਕੀਤਾ ਸੀਗਾ ਉਹ ਸਾਰਾ ਗੁਰਪ੍ਰਤਾਪ ਸੂਰ ਗ੍ਰੰਥ ਵਿੱਚ ਪੇਸ਼ ਕਰ ਦਿੱਤਾ। ਉਹ ਉਹਨਾਂ ਦੀ ਪੇਸ਼ਕਾਰੀ ਸਮੇਂ ਉਹ ਅੱਜ ਵੀ ਸਾਨੂੰ ਜਿਹੜਾ ਝਲਕਦਾ ਹੈ ਕਿ ਉਹਨਾਂ ਬਿਲਕੁਲ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਬੜੀ ਹੈਰਾਨਗੀ ਹੁੰਦੀ ਹੈ ਜਦੋਂ ਅਸੀਂ ਰੋਜ਼ਾਨਾ ਲੰਬੇ ਸਮੇਂ ਤੋਂ ਜਦੋਂ ਅਸੀਂ ਬਜ਼ੁਰਗਾਂ ਨੂੰ ਵੇਖਦੇ ਹਾਂ, ਰੋਜ਼ਾਨਾ ਸ਼ਾਮ ਨੂੰ ਗੁਰੂ ਘਰਾਂ ਦੇ ਵਿੱਚ ਗੁਰਪ੍ਰਤਾਪ ਸੂਰ ਪ੍ਰਕਾਸ਼ ਦੀ ਕਥਾ ਜਿਹੜੀ ਸਰਵਣ ਕੀਤੀ ਜਾਂਦੀ ਹੈ। ਗੁਰੂ ਕੇ ਵਜ਼ੀਰ ਕਥਾਵਾਚਕਾਂ ਦੇ ਵੱਲੋਂ ਇਸ ਗ੍ਰੰਥ ਦੀ ਲੜੀਵਾਰ ਕਥਾ ਲੰਬੇ ਸਮੇਂ ਤੋਂ ਗੁਰੂ ਘਰਾਂ ਵਿੱਚ ਕੀਤੀ ਜਾਂਦੀ ਹੈ। ਪਰੰਤੂ ਅੱਜ ਬੜੀ ਹੈਰਾਨਗੀ ਹੋਈ, ਇਸ ਗ੍ਰੰਥ ਨੂੰ ਲਿਖਣ ਵਾਲੇ ਸਾਡੇ ਅਤੀ ਸਤਿਕਾਰਯੋਗ ਮਹਾਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੂੰ ਕਿਹਾ ਜਾਂਦਾ ਹੈ। ਕਿੰਨਾ ਸਮਾਂ ਸੀ, ਕਿਹੋ ਜਿਹਾ ਸਮਾਂ ਸੀ, ਕਿੰਨੀਆਂ ਪਰਿਸਥਿਤੀਆਂ ਵਿੱਚੋਂ ਗੁਜ਼ਰ ਕੇ ਇਹਨਾਂ ਨੇ ਗ੍ਰੰਥ ਲਿਖਿਆ ਅਤੇ ਕਿੰਨਾ ਕੁਝ ਇਸ ਗ੍ਰੰਥ ਨੂੰ ਲਿਖਣ ਤੋਂ ਪਹਿਲਾਂ ਉਹਨਾਂ ਨੂੰ ਰੀਡ ਕਰਨਾ ਪਿਆ। ਮੈਂ ਇੱਕ ਹੋਰ ਪੁੱਛਣਾ ਚਾਹਾਂਗਾ ਡਾਕਟਰ ਅਮਨ ਸਿੰਘ, ਤੁਸੀਂ ਲੰਬੇ ਸਮੇਂ ਤੋਂ ਸਿੱਖ ਸਾਹਿਤ ਨਾਲ ਜੁੜੇ ਹੋ, ਸਿੱਖ ਇਤਿਹਾਸ ਨਾਲ ਜੁੜੇ ਹੋ। ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਇਤਿਹਾਸ ਲਿਖਣਾ ਹੋਵੇ ਤੇ ਸਾਨੂੰ ਸਿੱਖ ਸਿਧਾਂਤਾਂ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੈ, ਸਾਨੂੰ ਸਿੱਖ ਸੋਰਸਿਸ ਪੜ੍ਹੇ ਹੋਣੇ ਚਾਹੀਦੇ ਨੇ। ਕਿ ਉਸ ਸਮੇਂ ਕੋਈ ਇਹੋ ਜਿਹੇ ਸਿੱਖ ਸੋਰਸਿਸ ਸਨ? ਕਿਉਂਕਿ ਜਦੋਂ ਅਸੀਂ ਅੱਜ ਵਿਦਵਾਨਾਂ ਵੱਲ ਵੇਖਦੇ ਹਾਂ, ਅੱਜ ਇੱਕ ਏਸੀ ਕਮਰੇ 'ਚ ਬੈਠ ਕੇ ਇੱਕ ਵਧੀਆ ਕਿਤਾਬ ਲਿਖੀ ਜਾ ਸਕਦੀ ਹੈ, ਉਦੋਂ ਇੰਨੀਆਂ ਸੁੱਖ ਸਹੂਲਤਾਂ ਨਹੀਂ ਸੀ। ਫਿਰ ਕਿਵੇਂ ਇੰਨਾ ਵੱਡਾ ਗ੍ਰੰਥ ਰਚ ਦਿੱਤਾ ਗਿਆ? ਮਹਾਕਵੀ ਭਾਈ ਸੰਤੋਖ ਸਿੰਘ ਜੀ ਦੇ ਪਰਿਵਾਰ ਵਿੱਚੋਂ ਹੀ ਜਿਹੜੀ ਗੁਰਸਿੱਖੀ ਮਿਲੀ। ਉਹਨਾਂ ਦੇ ਪਿਤਾ ਭਾਈ ਦੇਵਾ ਸਿੰਘ ਜੀ ਗੁਰਸਿੱਖੀ ਨਾਲ ਸਨੇਹ ਰੱਖਦੇ ਸਨ ਤੇ ਉਹਨਾਂ ਤੋਂ ਹੀ ਜਿਹੜਾ ਇਹਨਾਂ ਨੂੰ ਪਰਿਵਾਰ ਵਿੱਚੋਂ ਸਿੱਖੀ ਮਿਲੀ। ਤੇ ਇਸ ਤੋਂ ਇਲਾਵਾ ਇਹਨਾਂ ਦੀ ਵਿਦਵਤਾ ਜਦੋਂ ਇਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਭਾਈ ਸੰਤ ਸਿੰਘ ਜੀ ਪਾਸੋਂ, ਤੇ ਇਹ ਬੂੜੀਆ ਰਿਆਸਤ ਦੇ ਜਿਹੜੇ ਫੌਜਦਾਰ ਸੀਗੇ ਦਿਆਲ ਸਿੰਘ ਜੀ, ਉਹਨਾਂ ਨੇ ਇਹਨਾਂ ਨੂੰ ਸਰਪ੍ਰਸਤੀ ਦਿੱਤੀ। ਉੱਥੇ ਰਹਿੰਦਿਆਂ ਵੀ ਇਹਨਾਂ ਨੇ ਜਿਹੜਾ ਗ੍ਰੰਥ ਰਚਨਾ ਕੀਤੀ। ਤੇ ਇਸ ਤੋਂ ਬਾਅਦ ਇਹਨਾਂ ਨੇ ਜਦੋਂ ਇਹਨਾਂ ਦੀ ਪ੍ਰਸਿੱਧੀ ਦੇਖਦੇ ਹੋਏ ਮਹਾਰਾਜਾ ਪਟਿਆਲਾ ਕਰਮ ਸਿੰਘ ਸੀਗੇ, ਉਹ ਇਹਨਾਂ ਨੂੰ ਆਪਣੀ ਸਰਪ੍ਰਸਤੀ ਵਿੱਚ ਲੈ ਆਏ ਤੇ ਉੱਥੇ ਵੀ ਇਹਨਾਂ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲਦੀ ਗਈ। ਤੇ ਉੱਥੋਂ ਬਾਅਦ ਫਿਰ ਜਿਹੜੇ ਕੈਥਲਪਤੀ ਸੀਗੇ ਮਹਾਰਾਜਾ ਉਦੈ ਸਿੰਘ ਜੀ, ਬਿਲਕੁਲ, ਉਹ ਇਹਨਾਂ ਦੀ ਪ੍ਰਸਿੱਧੀ ਦੇਖਦੇ ਹੋਏ ਇਹਨਾਂ ਨੂੰ ਆਪਣੇ ਕੋਲ ਲੈ ਗਏ ਤੇ ਉਹਨਾਂ ਨੇ ਆਪਣੀ ਸਰਪ੍ਰਸਤੀ 'ਚ ਰੱਖਿਆ। ਤੇ ਉੱਥੇ ਹੀ ਜਿਹੜਾ ਇਹ ਵਿਸ਼ਾਲ ਗ੍ਰੰਥ ਦੀ ਰਚਨਾ ਦਾ ਉਹਨਾਂ ਦਾ ਵੀ ਸੰਕਲਪ ਸੀਗਾ ਕੈਥਲਪਤੀ ਉਦੈ ਸਿੰਘ ਦਾ।
ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਪਹਿਲਾ ਜਿਹੜਾ ਗ੍ਰੰਥ ਆ ਸ਼੍ਰੀ ਨਾਨਕ ਪ੍ਰਕਾਸ਼ ਦੀ ਰਚਨਾ ਕੀਤੀ ਹੈ, ਬਿਲਕੁਲ ਵੀ ਮੇਰੀ ਦਿਲੀ ਇੱਛਾ ਕਿ ਉਸ ਤਰ੍ਹਾਂ ਸੰਗਤ ਦੇ ਸਾਹਮਣੇ ਬਾਕੀ ਗੁਰੂ ਸਾਹਿਬਾਨ ਦਾ ਵੀ ਜੀਵਨ ਜਿਹੜਾ ਚਰਿੱਤਰ ਉਹ ਸਾਹਮਣੇ ਆਵੇ, ਉਹ ਪੇਸ਼ ਤੁਸੀਂ ਇਸ ਕੀਤਾ ਤਰ੍ਹਾਂ ਜਾਵੇ। ਦੀ ਰਚਨਾ ਕਰੋ। ਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਦੀ ਬੇਨਤੀ ਸਵੀਕਾਰ ਕਰਦੇ ਹੋਏ ਉਸੇ ਦੀ ਤਰਜ਼ ਦੇ ਉੱਤੇ ਜਿਹੜਾ ਸਾਰਾ 10ਵੇਂ ਪਾਤਸ਼ਾਹ ਜੀ ਤੱਕ ਦਾ ਜਿਹੜਾ ਗੁਰ ਇਤਿਹਾਸ ਆ ਜੀ। ਉਹਨੂੰ ਕਾਮਮਈ ਰੂਪ ਵਿੱਚ ਲਿਖਣ ਦਾ ਜਿਹੜਾ ਕਾਰਜ ਆਰੰਭ ਕੀਤਾ। ਇਹ ਲਗਭਗ 8 ਸਾਲ ਦੇ ਸਮੇਂ ਵਿੱਚ ਜਿਹੜਾ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਕੁਝ ਹਿੱਸਾ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦਾ, ਇਹ ਲਗਭਗ 8 ਸਾਲ ਦੇ ਸਮੇਂ 'ਚ ਇਹਨਾਂ ਨੇ ਸੰਪੂਰਨ ਇਹ ਸਾਰਾ ਕੀਤਾ ਕਾਰਜ ਕੀਤਾ ਜੀ। ਜੇਕਰ ਇਸ ਪਵਿੱਤਰ ਗ੍ਰੰਥ ਦੇ ਅਧਿਐਵਨ ਦੀ ਗੱਲ ਕੀਤੀ ਜਾਵੇ, ਇਸ ਨੂੰ ਕਿਸ ਰੂਪਾਂ ਦੇ ਵਿੱਚ ਸਾਡੇ ਅਤੀ ਸਤਿਕਾਰਯੋਗ ਕਵੀ ਸੰਤੋਖ ਸਿੰਘ ਜੀ ਵੱਲੋਂ ਪੇਸ਼ ਕੀਤਾ ਗਿਆ? ਜਿਵੇਂ ਕਿ ਇਹਦਾ ਨਾਮ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਜੀ। ਜੀ, ਤਾਂ ਉਹਨਾਂ ਨੇ ਸੂਰਜ ਦੀ ਗਤੀ ਦੇ ਅਨੁਸਾਰ ਇਹਦੇ ਭਾਗ ਵੰਡ ਕੀਤੀ ਹੈ ਜੀ। ਕੀ ਬਾਤ ਹੈ। ਪਹਿਲਾਂ ਉਹਨਾਂ ਨੇ ਸੂਰਜ ਪ੍ਰਕਾਸ਼ ਦਾ ਜਿਹੜਾ ਉਹਨੂੰ ਸੂਰਜ 12 ਰਾਸ਼ੀਆਂ 'ਚ ਘੁੰਮਦਾ, ਤਾਂ ਉਹਨਾਂ ਨੇ 12 ਰਾਸ਼ੀਆਂ 6 12 ਰੁੱਤਾਂ, ਰਾਸ, ਹਾਂਜੀ ਬਿਲਕੁਲ। 6 ਰੁੱਤਾਂ ਤੇ 2 ਆਇਨਾਂ ਵਿੱਚ, ਦੱਖਣ ਆਇਨ ਤੇ ਉੱਤਰਾਇਨ ਦੇ ਵਿੱਚ ਵੰਡਿਆ ਹੈ ਜੀ। ਉਸ ਤੋਂ ਅੱਗੇ ਇਹਨਾਂ ਨੇ ਉਸ ਦੀ ਵੰਡ ਹੋਰ ਅੰਸ਼ੂਆਂ ਵਿੱਚ ਕੀਤੀ ਹੈ ਜੀ। ਮਤਲਬ 20 ਅਧਿਆਏ ਬਣਾਏ ਹੈ ਤੇ 1151 ਅੰਸ਼ੂ ਕਿਰਨ ਨੂੰ ਕਿਹਾ ਜਾਂਦਾ ਜੀ। ਮਤਲਬ ਇਹ ਦੇਖੋ ਸੂਰਜ ਨਾਲ 9 ਵੀ ਸੂਰਜ ਪ੍ਰਕਾਸ਼ ਹੈ ਤੇ ਸਾਰੇ ਅਧਿਆਏ ਵੀ ਉਸ ਹਿਸਾਬ ਨਾਲ ਇਹਨੇ ਵੰਡੇ ਹੈ। ਜੇਕਰ ਇਹਨਾਂ ਦੇ ਵਿਦਵਤਾ ਦੀ ਗੱਲ ਕੀਤੀ ਜਾਵੇ, ਕਿਉਂਕਿ ਇੰਨਾ ਲੰਬੇਰਾ ਕਾਰਜ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਇਲਾਵਾ ਜਾਂ ਇਹਦੇ ਬਰਾਬਰ ਦੀ ਕੋਈ ਹੋਰ ਰਚਨਾ ਹੋਵੇ ਜਿਹੜੀ ਸਿੱਖ ਇਤਿਹਾਸ ਨੂੰ ਪੇਸ਼ ਕਰਦੀ ਹੋਏਗੀ, ਕੋਈ ਇਹੋ ਜਿਹਾ ਗ੍ਰੰਥ ਹੋਰ। ਅਸਲ ਵਿੱਚ ਜੀ ਇਹ ਇੰਨਾ ਬੜਾ ਗ੍ਰੰਥ ਹੈ ਜੀ, ਇਹਦੇ ਵਿੱਚ 51,829 ਛੰਦ ਹੈ ਜੀ। ਮਤਲਬ ਐਡੀ ਰਚਨਾ, ਇਹ ਜਿਵੇਂ ਹਿੰਦੂ ਧਰਮ ਦੇ ਵਿੱਚ ਮਹਾਭਾਰਤ ਸਾਰਿਆਂ ਨਾਲੋਂ ਬੜਾ ਗ੍ਰੰਥ ਮੰਨਿਆ ਜਾਂਦਾ ਹੈ, ਉਸ ਹਿਸਾਬ ਨਾਲ ਇਹ ਸਿੱਖ ਇਤਿਹਾਸ ਦੇ ਵਿੱਚ ਐਡਾ ਵੱਡਾ ਸਿੱਖ ਇਤਿਹਾਸ ਨੂੰ ਪੇਸ਼ ਰਚਨਾ ਹੈ ਕਰਦਾ ਜੀ। ਹਾਂਜੀ ਬਿਲਕੁਲ। ਡਾਕਟਰ ਅਮਨ ਸਿੰਘ, ਤੁਸੀਂ ਲੰਬੇ ਸਮੇਂ ਤੋਂ ਲਾਇਬ੍ਰੇਰੀ ਵਿੱਚ ਵੀ ਰਹੇ ਹੋ, ਇੱਕ ਨਹੀਂ ਅਨੇਕਾਂ ਵਿਦਿਆਰਥੀ ਤੁਸੀਂ ਪੜ੍ਹਾ ਵੀ ਰਹੇ ਹੋ, ਬਕਾਇਦਾ ਤੁਸੀਂ ਖੋਜ ਕਾਰਜ ਵੀ ਕਰ ਰਹੇ ਹੋ। ਜਦੋਂ ਤੁਸੀਂ ਬਕਾਇਦਾ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਤੁਸੀਂ ਕਾਰਜ ਕਰ ਰਹੇ ਸੀਗੇ, ਤੁਹਾਨੂੰ ਹੋਰ ਇਹੋ ਜਿਹੇ ਕਿਹੜੇ ਨਵੇਕਲੇ ਪੱਖ ਇਹੋ ਜਿਹੇ ਲੱਗੇ ਜਿਹੜੇ ਬਾਕੀ ਗ੍ਰੰਥਾਂ ਨਾਲੋਂ ਥੋੜੇ ਜਿਹੇ ਵੱਖਰੇ ਨੇ? ਇੱਕ ਤਾਂ ਇਹਦਾ ਪਹਿਲਾ ਨਾਮਕਰਨ ਹੀ ਜਿਹੜਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਨਾਮਕਰਨ ਕੀਤਾ, ਉਹਦੇ 'ਚ ਕਹਿੰਦੇ ਜਿਸ ਤਰ੍ਹਾਂ ਇੱਕ ਸੂਰਜ ਹੈ, ਜਦੋਂ ਪ੍ਰਗਟ ਹੁੰਦਾ ਤਾਂ ਅੰਧਕਾਰ ਜਿਹੜਾ ਹੁੰਦਾ ਉਹ ਦੂਰ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਗੁਰੂ ਦੀ ਮਹਿਮਾ ਪ੍ਰਗਟ ਹੁੰਦੀ ਹੈ ਤਾਂ ਜਿਹੜਾ ਅਗਿਆਨਤਾ ਦਾ ਅੰਧਕਾਰ ਆ ਉਹ ਦੂਰ ਹੋ ਜਾਂਦਾ, ਤੇ ਦਿਨ ਦੇ ਚੜ੍ਹਨ ਨਾਲ ਜਿਵੇਂ ਸਾਰੀ ਬਨਸਪਤੀ ਸਾਨੂੰ ਚਹਿਕੀ ਹੋਈ ਲੱਗਦੀ ਹੈ, ਤੇ ਉਸ ਤਰ੍ਹਾਂ ਜਿਹੜਾ ਗੁਰਸਿੱਖ ਆ ਉਹ ਵੀ ਗੁਰੂ ਚਰਨਾਂ ਵੱਲ ਆਕਰਸ਼ਿਤ ਹੁੰਦਾ। ਇਸੇ ਤਰ੍ਹਾਂ ਇਹ ਗ੍ਰੰਥ ਆ ਜਿਹੜਾ ਵਿਲੱਖਣਤਾ ਇੱਕ ਇਹ ਆ, ਇਹਦੇ ਨਾਮਕਰਨ ਦੀ ਹੀ ਵਿਲੱਖਣਤਾ ਕਿ ਗੁਰਸਿੱਖ ਜਦੋਂ ਇਹਦੀ ਕਥਾ ਸਰਵਣ ਕਰਦਾ ਜਾਂ ਆਪ ਇਸ ਦਾ ਅਧਿਐਨ ਕਰਦਾ ਤਾਂ ਉਹ ਗੁਰੂ ਦੇ ਚਰਨਾਂ ਨਾਲ ਉਹਦੀ ਜਿਹੜੀ ਪ੍ਰੀਤ ਆ ਉਹ ਹੋਰ ਪੀढ़ੀ ਸਾਂਝ ਹੋ ਜਾਂਦੀ ਆ। ਇਹ ਬੜਾ ਸ਼ਰਧਾਮਈ ਲਿਖਿਆ। ਤੇ ਇਸ ਤੋਂ ਇਲਾਵਾ ਜਿਹੜਾ ਅੱਜ ਇਹਦਾ ਪ੍ਰਕਾਸ਼ਿਤ ਰੂਪ ਮਿਲਦਾ ਉਹ 14 ਭਾਗਾਂ 'ਚ ਹੈ ਜੀ। ਤੇ ਐਡਾ ਵੱਡਾ ਕੋਈ ਵੀ ਗ੍ਰੰਥ ਜਿਹੜਾ ਇੰਨਾ ਵਿਸਥਾਰ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਦੀ ਸਾਨੂੰ ਜਾਣਕਾਰੀ ਦਿੰਦਾ ਹੋਵੇ, ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਜਨਮ ਸਾਖੀਆਂ ਦੀ ਗੱਲ ਕਰੀਏ ਉਹਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜੀਵਨ ਬਿਰਤਾਂਤ ਮਿਲਦਾ, ਗੁਰਬਿਲਾਸ ਪਾਤਸ਼ਾਹੀ 10ਵੀਂ ਕਰੀਏ ਉਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਮਿਲਦਾ, ਹਾਂ ਮਹਿਮਾ ਪ੍ਰਕਾਸ਼ ਵਿੱਚ ਮਿਲਦਾ ਬਾਕੀ ਗੁਰੂ ਸਾਹਿਬਾਨ ਦਾ, ਪਰ ਉਹ ਇੰਨਾ ਜਿਹੜਾ ਵੱਡੇ ਰੂਪ ਵਿੱਚ ਵਿਸਥਾਰਤ ਰੂਪ ਵਿੱਚ ਨਹੀਂ ਮਿਲਦਾ। ਇਹਦੀ ਇਹੀ ਵਿਲੱਖਣਤਾ ਜੀ ਕਿ ਗੁਰ ਇਤਿਹਾਸ ਆ ਜਿਹੜਾ ਵਿਸਥਾਰਤ ਰੂਪ ਵਿੱਚ ਜਿਹੜਾ ਸੰਗਤਾਂ ਦੇ ਜਾਂ ਜਗਿਆਸੂਆਂ ਦੇ ਜਿਹੜਾ ਸਾਹਮਣੇ ਆਉਂਦਾ ਹੈ। ਜਦੋਂ ਅਸੀਂ ਪੁਰਾਤਨ ਸਮਾਂ ਵੇਖਦੇ ਹਾਂ, ਗੁਰੂ ਘਰਾਂ ਦਾ ਬਕਾਇਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਵਿਚਾਰ ਕੀਤੀ ਜਾਂਦੀ ਸੀਗੀ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜੇਕਰ ਗੱਲ ਕਰੀਏ, ਲੜੀਵਾਰ ਕਥਾ ਦੀ ਗੱਲ ਕਰੀਏ, ਕਦੋਂ ਆਰੰਭ ਹੋਈ ਗੁਰੂ ਘਰਾਂ ਦੇ ਵਿੱਚ? ਜਿਵੇਂ ਕਿ ਆਪਾਂ ਪਹਿਲਾਂ ਕਿਹਾ ਜੀ ਵੀ ਮਹਾਕਵੀ ਸੰਤੋਖ ਸਿੰਘ ਜੀ ਜਦੋਂ ਨਾਨਕ ਪ੍ਰਕਾਸ਼ ਦੀ ਰਚਨਾ ਕਰਦੇ ਸੀ, ਇਹ ਲਿਖਿਆ ਮਿਲਦਾ ਜੀ, ਉਦੋਂ ਕਥਾ ਵੀ ਨਾਲ ਸ਼ਾਮ ਨੂੰ ਕਰਦੇ ਸੀ, ਜੋ ਅਧਿਆਇ ਲਿਖ ਲੈਂਦੇ ਸੀਗੇ। ਯਾਨੀ ਕਿ ਉਸ ਸਮੇਂ ਦੌਰਾਨ ਆਰੰਭ ਹੋ ਚੁੱਕਾ ਸੀ ਕਾਰਜ, ਸ਼ੁਰੂ ਹੋ ਚੁੱਕੀ ਸੀ ਜੀ। ਤੇ ਜਿਉਂ-ਜਿਉਂ ਇਹਦਾ ਮਤਲਬ ਇੰਨਾ ਵਧੀਆ ਲਿਖਿਆ, ਸੰਗਤ ਬਹੁਤ ਪ੍ਰੇਮ ਨਾਲ ਜੁੜਦੀ ਹੈ ਜੀ। ਹੁਣ ਵੀ ਗੁਰਦੁਆਰਾ ਸਾਹਿਬਾਨ 'ਚ ਤੁਸੀਂ ਕਥਾ ਸੁਣੋ ਤਾਂ ਤੁਹਾਨੂੰ ਐਂ ਲੱਗਦਾ ਹੈ ਕਿ ਦ੍ਰਿਸ਼ ਇਸ ਤਰ੍ਹਾਂ ਦਾ ਚਿਤਰਿਆ ਜਾਂਦਾ ਵੀ ਤੁਹਾਨੂੰ ਐਂ ਲੱਗਦਾ ਅਸੀਂ ਨਾਲ ਤੁਰੇ ਫਿਰਦੇ ਹਾਂ ਜੀ। ਜਿਵੇਂ ਕੋਈ ਵਿਆਹ ਦਾ ਦ੍ਰਿਸ਼ ਹੈ, ਉਸ ਦੇ ਵਿੱਚ ਸਾਰਾ ਕੁਝ ਦਿਖਾਇਆ ਜਾਂਦਾ ਵੀ ਮੂਰੇ ਗੁਰੂ ਸਾਹਿਬ ਘੋੜੇ 'ਤੇ ਸੀ, ਉਦੋਂ ਪਿੱਛੇ ਫਲਾਣਾ ਸਿੰਘ ਸੀ, ਫਲਾਣਾ ਸੀ। ਐਨ ਦ੍ਰਿਸ਼ ਬਹੁਤ ਵਧੀਆ ਬੰਨਿਆ ਗਿਆ ਜੀ। ਜਾਂ ਕੋਈ ਜੰਗ ਦਾ ਦ੍ਰਿਸ਼ ਹੈ, ਭਾਂਤੀ ਦੇ ਮਤਲਬ ਛੰਦ ਵਰਤੇ ਗਏ ਹਨ, ਬਹੁਤ ਵਧੀਆ। ਮਤਲਬ ਇਹਦੇ ਜਿਹੀ ਹੋਰ ਰਚਨਾ ਹੁਣ ਨਹੀਂ ਮਿਲਦੀ ਹੈ ਜੀ। ਇੱਕ ਸਾਡਾ ਨਾਮ ਪ੍ਰਚਲਿਤ ਸਮਾਜ ਵਿੱਚ ਸੱਭਿਆਚਾਰ,
ਸਿੱਖ ਸੱਭਿਆਚਾਰ ਵੱਖਰਾ ਹੈ, ਪੰਜਾਬੀ ਸੱਭਿਆਚਾਰ ਵੱਖਰਾ ਹੈ। ਮੈਂ ਆਵਾਂਗਾ ਗੁਰਪ੍ਰਤਾਪ ਸੂਰਯ ਗ੍ਰੰਥ ਦੇ। ਅਕਸਰ ਕਿਹਾ ਜਾਂਦਾ ਹੈ ਕਿ ਕੁਝ ਕਥਾਵਾਚਕਾਂ ਦੇ ਵੱਲੋਂ ਗੁਰਪ੍ਰਤਾਪ ਸੂਰਯ ਗ੍ਰੰਥ ਦੇ ਪੰਨਿਆਂ ਤੇ ਕਾਂਟੇ ਮਾਰ ਦਿੱਤੇ ਜਾਂਦੇ ਨੇ। ਇਹ ਪੰਨਾ ਪੜ੍ਹਨ ਯੋਗ ਨਹੀਂ ਸੰਗਤ ਦੇ ਵਿੱਚ, ਕਿਉਂਕਿ ਇਹ ਪੰਨਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਦੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਹੁੰਦੀ ਸੀ ਜੀ, ਜਿਸ ਏਰੀਏ 'ਚ ਹੋਈ ਆ, ਤਾਂ ਉੱਥੇ ਥੋੜ੍ਹਾ ਜਿਹਾ ਪੁਰਾਣਿਕ ਪ੍ਰਭਾਵ ਸੀਗਾ ਜੀ ਕੈਥਲ ਦੇ ਵਿੱਚ। ਉਹ ਨੇੜੇ ਕੁਰਸ਼ੇਤਰ ਹੋ ਗਿਆ, ਪਹੇਵਾ ਹੋ ਗਿਆ, ਜਿਹੜਾ ਹਿੰਦੂ ਤੀਰਥ ਨੇੜੇ ਸੀਗੇ, ਸਨਾਤਨ ਧਰਮ ਦਾ ਜਾਂ ਬ੍ਰਾਹਮਣ ਦਾ ਥੋੜ੍ਹਾ ਜ਼ਿਆਦਾ ਪ੍ਰਭਾਵ ਸੀ। ਅਤੇ ਇਹ ਵੀ ਜਿਹੜਾ ਕਿਹਾ ਜਾਂਦਾ ਕਿ ਉਹਨਾਂ ਦੇ ਨਾਲ ਜਿਹੜੇ ਕੁਝ ਵਿਦਵਾਨ ਲਾਏ ਹੋਏ ਸੀਗੇ ਕੰਮ ਕਾਰਜ ਲਈ, ਤਾਂ ਉਹ ਕੁਝ ਬ੍ਰਾਹਮਣ ਵੀ ਸੀਗੇ। ਇਸ ਕਰਕੇ ਲੱਗਦਾ ਕਿ ਕੁਝ ਪ੍ਰਭਾਵ ਇਸ ਗ੍ਰੰਥ 'ਤੇ ਰਿਹਾ, ਇਸ ਲਈ ਸ਼ਾਇਦ ਉਹ ਅਜਿਹਾ ਕਰ ਦਿੰਦੇ ਹੋਣ ਕਿ ਇਹ ਹਿੱਸਾ ਪੜ੍ਹਨ ਯੋਗ ਨਹੀਂ, ਕਿਉਂਕਿ ਇਸ ਗ੍ਰੰਥ ਦੀ ਕਥਾ ਜਦੋਂ ਇਸ ਦੀ ਰਚਨਾ ਹੁੰਦੀ ਸੀਗੀ ਉਸ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀਗੀ, ਤਾਂ ਉਹ ਚੱਲੀ ਆਉਂਦੀ ਆ। ਕਦੇ ਵੀ ਕੁਛ ਅਜਿਹਾ ਜਣੀ ਉਹਨਾਂ ਨੇ ਸੰਗਤ 'ਚ ਨਹੀਂ ਕਿਹਾ, ਪਰ ਆਪਣੇ ਪੱਧਰ 'ਤੇ ਕੁਛ ਅਜਿਹਾ ਕਰ ਲੈਂਦੇ ਹੁਣ, ਉਹ ਵੱਖਰੀ ਗੱਲ ਹੈ ਜੀ। ਦੂਸਰੀ ਗੱਲ ਇਹ ਹੈ, ਜਿਵੇਂ ਅੱਜ ਕੱਲ੍ਹ ਆਪਾਂ ਕੋਈ ਵੀ ਆਪਾਂ ਪ੍ਰਸੰਗ ਲਿਖਦੇ ਹਾਂ ਜੀ, ਜਿਵੇਂ ਕੈਥਲ ਬਾਰੇ ਲਿਖਿਆ ਜੀ, ਤਾਂ ਆਪਣੇ ਵਿਦਵਾਨ ਫੁੱਟਨੋਟ 'ਚ ਆਪਾਂ ਕੈਥਲ ਬਾਰੇ ਦੱਸਦੇ ਹਾਂ ਵੀ ਕੈਥਲ ਕਿੰਨਾ ਪੁਰਾਣਾ ਹੈ, ਕਿਉਂ ਵਸਿਆ ਜੀ। ਉਹ ਭਾਈ ਸਾਹਿਬ ਨੇ ਵੀ ਉਹ ਜਦੋਂ ਉਹ ਦੰਦੇ ਨੇ ਵਿੱਚ, ਤਾਂ ਕੈਥਲ ਬਾਰੇ ਜਾਂ ਕਿਤੇ ਵੀ ਗੁਰੂ ਸਾਹਿਬ ਜਾਂਦੇ ਨੇ ਉਹ ਅਸਥਾਨ ਬਾਰੇ ਦੱਸਦੇ ਨੇ। ਜੇ ਉਹਦਾ ਹਿੰਦੂ ਧਰਮ ਨਾਲ ਕੋਈ ਜੁੜਦਾ ਹੈ ਹਾਂ, ਤਾਂ ਉਹਦੇ ਬਾਰੇ ਦੱਸਦੇ ਹਨ। ਇਸ ਨਾਲ ਸੰਗਤਾਂ ਨੂੰ ਐਂ ਲੱਗਦਾ ਕਿ ਇਹ ਪ੍ਰਸੰਗ ਥੋੜ੍ਹੇ ਲੰਬੇ ਜ਼ਰੂਰ ਨੇ, ਉਹ ਔੜ ਲੱਗਦੇ ਨੇ, ਪਰ ਅੱਜ ਕੱਲ੍ਹ ਦੇ ਵਿਦਵਾਨ ਵੀ ਫੁੱਟਨੋਟਾਂ 'ਚ ਉਹ ਚੀਜ਼ ਦਿੰਦੇ ਨੇ ਜੀ। ਨਗਰ ਬਾਰੇ ਉਹਦਾ ਕੀ ਮਹੱਤਵ ਸੀ ਨਗਰ ਦਾ, ਤਾਂ ਇਹ 'ਚ ਮੇਰੇ ਹਿਸਾਬ ਨਾਲ ਕੋਈ ਐਡੀ ਉਹ ਨਹੀਂ ਗੱਲ ਹੈਗੀ ਜੀ। ਜੇਕਰ ਗੱਲ ਕਰੀਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਜੇਕਰ ਅਰਥ ਕਰਨੇ ਹੋਣ, ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਕਾਇਦਾ ਸ਼ਬਦਾਰਥ ਨੇ। ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਕੀਤੇ ਹੋਏ ਨੇ, ਇੱਕ ਨਹੀਂ ਅਨੇਕਾਂ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਟੀਕੇ ਕੀਤੇ ਨੇ। ਜਦੋਂ ਅਸੀਂ ਗੁਰਪ੍ਰਤਾਪ ਸੂਰਯ ਗ੍ਰੰਥ ਵੱਲ ਵੇਖਦੇ ਹਾਂ, ਕੀ ਬਕਾਇਦਾ ਇਹਦਾ ਵੀ ਕੋਈ ਟੀਕਾ, ਬਕਾਇਦਾ ਇਹਦੇ ਵੀ ਕੋਈ ਅਰਥਬੋਧ ਕੀਤੇ ਗਏ ਨੇ ਕਿਸੇ ਦੁਆਰਾ? ਅਸਲ ਵਿੱਚ ਭਾਈ ਵੀਰ ਸਿੰਘ ਨੇ ਕੰਮ ਇਹ ਤਾਂ ਹੀ ਸ਼ੁਰੂ ਕੀਤਾ ਸੀਗਾ ਜੀ, ਕਿਉਂਕਿ ਉਹਦੇ ਵਿੱਚ ਹੈਗਾ ਤਾਂ ਮੰਨਿਆ ਤਾਂ ਬ੍ਰਿਜ 'ਚ ਜਾਂਦਾ, ਪਰ ਉਹ ਕਹਿ ਰਹੇ ਨੇ ਵੀ ਪੂਰੀ ਤਰ੍ਹਾਂ ਬ੍ਰਿਜ 'ਚ ਵੀ ਨਹੀਂ ਹੈਗਾ। ਇਹਦੇ ਵਿੱਚ ਪੰਜਾਬੀ ਭਾਸ਼ਾ ਵੀ ਹੈ, ਫਾਰਸੀ ਵੀ ਕੁਝ ਹੈ, ਪੰਜਾਬੀ ਤੇ ਫਾਰਸੀ ਝਲਕਾਰੇ ਪੈਂਦੇ ਨੇ ਵਿੱਚ, ਸੰਸਕ੍ਰਿਤ ਦੇ ਵੀ ਝਲਕਾਰੇ ਪੈਂਦੇ ਨੇ। ਅਤੇ ਉਹਨਾਂ ਨੂੰ ਸਮਝਣ ਲਈ ਮਤਲਬ ਆਪਾਂ ਨੂੰ ਥੋੜ੍ਹਾ ਜਿਹਾ ਲੋੜ ਪੈਂਦੀ ਹੈ, ਕਿਉਂਕਿ ਜਾਂ ਤਾਂ ਬੰਦਾ ਦਾ ਅਧਿਐਨ ਕਾਫੀ ਲੰਬਾ ਹੋਵੇ ਜੀ, ਉਹਦੇ ਨਾਲ ਸਮਝ ਸਕਦਾ ਹੈ। ਇਸ ਲਈ ਭਾਈ ਵੀਰ ਸਿੰਘ ਨੇ ਜਦੋਂ ਇਹਨੂੰ ਛਾਪਿਆ ਤਾਂ 8 ਸਾਲ ਉਹਨਾਂ ਨੇ ਸੰਪਾਦਨਾ ਕਰਨ 'ਤੇ ਲਾਏ। ਪਹਿਲਾਂ ਪਾਠ ਮਲਾਏ ਜੀ, 4-5 ਸਿੰਘ ਉਹਨਾਂ ਦੇ ਅਲੱਗ-ਅਲੱਗ ਉਹਨਾਂ ਦੇ ਛਾਪੇ ਲੈ ਕੇ ਉਹਨਾਂ ਦੇ ਪਾਠ ਕਰਦੇ, ਉਹਨਾਂ ਦੇ ਪਾਠ ਅੰਤਰ ਲੱਭੇ ਜਾਂਦੇ। ਉਦੋਂ ਬਾਅਦ ਭਾਈ ਵੀਰ ਸਿੰਘ ਨੇ ਸੰਪਾਦਕ ਕੀਤਾ ਤਾਂ ਉਹਨਾਂ ਨੇ ਕੱਲੀ ਥਾਂ 'ਤੇ ਉਹਨਾਂ ਦੇ ਫੁੱਟਨੋਟ ਲਾਏ, ਉਹਨਾਂ ਲਈ ਜਾਣਕਾਰੀ ਹਰੇਕ ਜਿੱਥੇ ਕੋਈ ਸ਼ੰਕਾ ਸੀ, ਸਾਰੇ ਬਹੁਤ ਲੰਬੇ ਫੁੱਟਨੋਟ ਲਾਏ ਜੀ। ਯਾਨੀ ਇਹ ਕਹਿ ਸਕਦੇ ਜਿੰਨਾ ਸਮਾਂ ਗੁਰਪ੍ਰਤਾਪ ਸੂਰਯ ਗ੍ਰੰਥ ਨੂੰ ਲਿਖਣ ਵਾਸਤੇ, ਰਚਨ ਵਾਸਤੇ ਕਵੀ ਸੰਤੋਖ ਸਿੰਘ ਚੂੜਾਮਣੀ ਨੇ ਲਾਇਆ, ਉਹਨਾਂ ਸਮਾਂ ਭਾਈ ਵੀਰ ਸਿੰਘ ਦੁਆਰਾ ਲਗਾਇਆ ਗਿਆ। ਜਿਹੜਾ ਐਡਾ ਮਹਾਨ ਗ੍ਰੰਥ ਜਿਹਦੀ ਰਚਨਾ ਹੋਈ, ਤਾਂ ਉਹਦੀ ਸੰਪਾਦਨਾ ਵੀ ਕੋਈ ਮਹਾਨ ਵਿਅਕਤੀ ਹੀ ਕਰ ਸਕਦਾ ਸੀ। ਬਹੁਤ ਖੂਬ। ਇਸ ਲਈ ਭਾਈ ਵੀਰ ਸਿੰਘ ਜੀ ਨੇ ਇਹ ਕੰਮ ਜਿਹੜਾ ਆਪਣੇ ਹੱਥਾਂ ਵਿੱਚ ਲਿੱਤਾ। ਤਾਂ ਇਹਦੇ ਵਿੱਚ ਜਿੱਥੇ ਨਾਲ ਕਿਤੇ ਉਹ ਫੁੱਟਨੋਟਾਂ ਵਿੱਚ ਵੀ ਸਪਸ਼ਟ ਕਰਦੇ ਨੇ, ਕਿਤੇ ਜਿਹੜੀ ਕੋਈ ਗੱਲ ਜ਼ਿਆਦਾ ਉਹਨਾਂ ਨੂੰ ਉਹ ਲੱਗੀ, ਉਹਦੇ ਲਈ 56 ਪੇਜਾਂ ਤੱਕ ਦਾ ਵੀ ਉਹਨਾਂ ਨੇ ਜਿਹੜਾ ਕਿ ਲੇਖ ਵਿੱਚ ਉਸ ਦੇ ਦਰਜ ਕੀਤਾ। ਇਸ ਤੋਂ ਇਲਾਵਾ ਜਿੰਨੇ ਮੰਗਲ ਆਏ ਨੇ, ਮੰਗਲ ਪ੍ਰਬੰਧ ਬਹੁਤ ਵੱਡਾ ਇਸ ਗ੍ਰੰਥ ਵਿੱਚ, ਹਰੇਕ ਅਧਿਆਏ ਦੇ ਆਰੰਭ ਵਿੱਚ ਤੇ ਹਰੇਕ ਰਾਸਾਂ ਦੇ ਆਰੰਭ ਵਿੱਚ ਵੀ ਗੁਰੂ ਸਾਹਿਬਾਨ ਦਾ ਮੰਗਲ ਮਹਾਕਵੀ ਜੀ ਵੱਲੋਂ ਕੀਤਾ ਗਿਆ, ਉਹਨਾਂ ਦੇ ਵੀ ਅਰਥ ਕੀਤੇ ਗਏ ਨੇ। ਅਤੇ ਇਸ ਤੋਂ ਇਲਾਵਾ ਫਿਰ ਜਿਹੜਾ ਇਹਦੀ ਵਿਆਖਿਆ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ, ਉਹ ਡਾਕਟਰ ਅਜੀਤ ਸਿੰਘ ਔਲਖ ਦੁਆਰਾ ਕੀਤੀ ਗਈ, ਅਤੇ ਜਿਹੜਾ ਕਿ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਇਸ ਦੀ ਵਿਆਖਿਆ ਦਾ ਜਿਹੜਾ ਕਾਰਜ ਸੀਗਾ ਡਾਕਟਰ ਕਿਰਪਾਲ ਸਿੰਘ ਜੀ ਨੂੰ ਸੌਂਪਿਆ। ਉਹਨਾਂ ਨੇ ਸਿੱਖ ਇਤਿਹਾਸਕਾਰ ਜਿਹੜੇ ਨੇ ਜੀ, ਜਿਹੜੇ ਉੱਗੇ ਸਿੱਖ ਇਤਿਹਾਸਕਾਰ ਸੀਗੇ, ਉਹਨਾਂ ਨੂੰ ਸੌਂਪਿਆ। ਅਤੇ ਉਹਨਾਂ ਨੇ ਲਗਭਗ ਜਿਹੜਾ 9 ਗੁਰੂ ਸਾਹਿਬਾਨ ਤੱਕ ਦਾ ਜਿਹੜਾ ਹੈਗਾ ਉਹਦੀ ਵਿਆਖਿਆ, ਇੱਕ ਪੰਨੇ 'ਤੇ ਵਿਆਖਿਆ ਅਤੇ ਇੱਕ 'ਤੇ ਮੂਲ ਪਾਠ, ਇਸ ਰੂਪ 'ਚ ਜਿਹੜਾ ਪ੍ਰਕਾਸ਼ਿਤ ਕਰਕੇ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦੇ ਅਧਿਐਨ ਕਰਨ ਲਈ ਉਹ ਸੰਗਤਾਂ ਦੇ ਰੂਬਰੂ ਕੀਤਾ। ਬਿਲਕੁਲ। ਉਸ ਦੇ ਵਿੱਚ ਜੀ ਉਹਨਾਂ ਨੇ ਇਹ ਵੀ ਖੂਬੀ ਕੀਤੀ ਹੈ ਵੀ ਜੋ ਪ੍ਰਸੰਗ ਲੱਗਦਾ ਵੀ ਸੰਗਤ ਨੂੰ ਵੀ ਜਿਵੇਂ ਮਿਥਿਹਾਸਿਕ ਨਾਲ ਜੁੜਿਆ ਹੋਇਆ, ਉਹਨਾਂ ਨੇ ਉਹ ਵਿੱਚ ਪ੍ਰਸੰਗ ਨਹੀਂ ਦਿੱਤਾ, ਉਹ ਲਾਸਟ ਚੰਤਕਾ 'ਚ ਵਿੱਚ ਪ੍ਰਸੰਗ ਦਿੱਤੇ ਨੇ, ਕਿਉਂਕਿ ਵੀ ਕਥਾ ਪੜ੍ਹਦੇ ਸਿੱਖਾਂ ਨੂੰ ਕੋਈ ਇਤਰਾਜ਼ਯੋਗ ਨਾ ਲੱਗੇ, ਤਾਂ ਉਹ ਸਾਰਾ ਕੁਝ ਨਿਰਮੂਲ ਹੈ ਹੁਣ ਜਿਹੜਾ ਇਹ 'ਤੇ ਇਤਰਾਜ਼ ਕੀਤਾ ਜਾਂਦਾ। ਤੁਸੀਂ ਇੱਕ ਸ਼ਬਦ ਵਰਤਿਆ ਭਾਈ ਹਰਪ੍ਰੀਤ ਸਿੰਘ ਜੀ, ਮਿਥਿਹਾਸ। ਮੈਂ ਚਾਹਾਂਗਾ ਥੋੜ੍ਹਾ ਜਿਹਾ ਉਹਦੇ ਬਾਰੇ ਡਿਟੇਲ ਆਪਾਂ ਗੱਲ ਸਕੀਏ ਸੰਗਤ ਦੇ ਵਿੱਚ। ਮਿਥਿਹਾਸ ਤੇ ਇਤਿਹਾਸ 'ਚ ਫਰਕ ਕੀ ਸਮਝਦੇ? ਅਸਲ ਵਿੱਚ ਜਦੋਂ ਜੀ ਕੋਈ ਧਾਰਮਿਕ ਵਿਸ਼ਾ ਹੁੰਦਾ ਤਾਂ ਉਹਦੇ ਵਿੱਚ ਮਿਥਿਹਾਸ ਮਿਲ ਜਾਣਾ ਕੋਈ ਬੜੀ ਗੱਲ ਨਹੀਂ ਹੁੰਦੀ ਹੈਗੀ ਜੀ। ਮਿਥਿਹਾਸ ਕੀ ਹੁੰਦਾ, ਕੋਈ ਮਿੱਥ ਕੇ ਗੱਲ ਕੋਈ ਕਰ ਦੇਣੀ, ਵੀ ਜਿਵੇਂ ਆਪਾਂ ਕੋਈ ਵਿਸ਼ਾ ਸ਼ਰਧਾ ਭਾਵਨਾ ਵਿੱਚ ਬਹਿ ਕੇ,
ਹਾਂਜੀ, ਸ਼ਰਧਾ 'ਚ ਜਿਵੇਂ ਆਪਾਂ ਗੁਰੂ ਸਾਹਿਬ ਦਾ ਕੋਈ ਪ੍ਰਸੰਗ ਹੈ ਤਾਂ ਉਹਨੂੰ ਆਪਾਂ ਇੱਕ ਮਤਲਬ ਸਿੱਖਿਆ ਦੇਣ ਲਈ ਆਪਾਂ ਉਹਨੂੰ ਥੋੜ੍ਹਾ ਜਿਹਾ ਆਪਣੇ ਢੰਗ ਨਾਲ ਉਹਨੂੰ ਪੇਸ਼ ਕਰ ਦਿੱਤਾ ਜਾਂਦਾ ਤਾਂ ਉਹਨੂੰ ਮਿਥਿਹਾਸ ਕਹਿ ਦਿੱਤਾ ਜਾਂਦਾ। ਵੈਸੇ ਉਹਦੇ ਵਿੱਚ ਕੋਈ ਉਹ ਨਹੀਂ ਹੁੰਦਾ ਹੈ, ਜਿੱਥੇ ਧਾਰਮਿਕ ਵਿਸ਼ਾ ਹੋਵੇਗਾ ਤਾਂ ਉੱਥੇ ਮਿਥਿਹਾਸ ਦਾ ਮੇਲ ਹੋਵੇਗਾ ਹੀ। ਤੁਸੀਂ ਯੂਨਾਨ ਦਾ ਹੋਰ ਕੋਈ ਵੀ ਦੇਖ ਲਓ, ਸਾਰਿਆਂ 'ਚ ਮਿਥਿਹਾਸ ਤੁਹਾਨੂੰ ਮਿਲੇਗਾ। ਡਾਕਟਰ ਅਮਨ ਸਿੰਘ, ਇਹ ਤਾਂ ਹੋਈ ਗੁਰਪ੍ਰਤਾਪ ਸੂਰਯ ਗ੍ਰੰਥ ਦੇ ਇਤਿਹਾਸ ਦੀ ਗੱਲ, ਉਸ ਗ੍ਰੰਥ ਦੀ ਵਿਚਾਰਧਾਰਾ ਦੀ ਗੱਲ, ਉਸ ਗ੍ਰੰਥ ਦੀ ਲਿਖਣ ਪ੍ਰਕਿਰਿਆ ਦੀ ਗੱਲ। ਜੇਕਰ ਅਧਿਐਨ ਦੀ ਗੱਲ ਕੀਤੀ ਜਾਵੇ, ਇਸ ਅਧਿਐਨ ਵਿੱਚ ਕਿਹੜੀ ਵਿਧੀ ਵਰਤੀ ਜਾਵੇਗੀ ਜਾਂ ਕਿਸ ਤਰੀਕੇ ਦਾ ਅਧਿਐਨ ਕੀਤਾ ਜਾਏਗਾ? ਜਿਹੜੀ ਧਰਮ ਗ੍ਰੰਥਾਂ ਦੇ ਅਧਿਐਨ ਕਰਨ ਦੀ ਵਿਧੀ ਹੈ ਜੀ, ਉਹ ਧਰਮ ਸ਼ਾਸਤਰੀ ਵਿਧੀ ਦੀ ਹੀ ਵਰਤੋਂ ਕਰਨੀ ਚਾਹੀਦੀ। ਉਸ ਵਿਧੀ ਵਿੱਚ ਜਿਹੜਾ ਸ਼ਰਧਾ ਦਾ ਪੱਖ ਹੈ ਉਹ ਵਿੱਚ ਨਾਲ ਜੁੜਿਆ ਹੁੰਦਾ ਹੈ। ਹੁਣ ਧਰਮ ਗ੍ਰੰਥਾਂ ਦੇ ਵਿੱਚ ਜਿਹੜੇ ਇਤਿਹਾਸਕ ਗ੍ਰੰਥ ਨੇ ਉਹਨਾਂ ਦੇ ਵਿੱਚ ਹਰ ਤਰ੍ਹਾਂ ਦੀ ਸਮੱਗਰੀ ਹੋਊਗੀ, ਇਤਿਹਾਸਕ ਵੀ ਹੋਊਗੀ, ਮਿਥਿਹਾਸਕ ਵੀ ਹੋਊਗੀ ਗ੍ਰੰਥਾਂ ਦੇ ਵਿੱਚ ਜੀ। ਗੁਰੂ ਸਾਹਿਬਾਨ ਦੀ ਜਦੋਂ ਉਸਤਤੀ ਕਰਨੀ ਆ ਉਹਦੇ ਵਿੱਚ ਉਹਨਾਂ ਦੀਆਂ ਕਰਾਮਾਤਾਂ ਦਾ ਵੀ ਜ਼ਿਕਰ ਹੋਊਗਾ। ਇਸ ਲਈ ਜਿਹੜੀ ਤਾਰਕਿਕ ਵਿਧੀ ਹੈ, ਜਿਹੜੀ ਮੌਜੂਦਾ ਸਮੇਂ ਵਿੱਚ ਪੱਛਮ ਵੱਲੋਂ ਆਈ ਹੈ, ਤੇ ਉਹਦੇ ਵਿੱਚ ਹਰੇਕ ਚੀਜ਼ ਨੂੰ ਜਿਹੜਾ ਉਸ ਤਰਕ ਦੀ ਕਸਵੱਟੀ ਤੇ ਪਰਖ ਕੇ ਦੇਖਣ ਦਾ ਜਿਹੜਾ ਨਜ਼ਰੀਆ ਵਰਤਿਆ ਜਾਂਦਾ। ਪਰ ਜਦੋਂ ਅਸੀਂ ਧਰਮ ਗ੍ਰੰਥ ਦਾ ਅਧਿਐਨ ਕਰਦੇ ਹਾਂ, ਉਹਦੇ ਵਿੱਚ ਧਰਮ ਸ਼ਾਸਤਰੀ ਵਿਧੀ ਵਿੱਚ ਸਾਡਾ ਜਿਹੜਾ ਸ਼ਰਧਾ ਦਾ ਪੱਖ ਵੀ ਜੋੜਿਆ ਹੁੰਦਾ, ਜਿਹੜੀ ਹੁਣ ਭਾਵਨਾ ਨੂੰ ਮੁੱਖ ਰੱਖ ਕੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਗ੍ਰੰਥ ਦੀ ਰਚਨਾ ਕੀਤੀ ਜੀ। ਤਾਂ ਉਸੇ ਵਿਧੀ ਨਾਲ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਉਹ ਜਿਹੜਾ ਉਸ ਗ੍ਰੰਥ ਨਾਲ ਪੂਰਨ ਰੂਪ ਵਿੱਚ ਨਿਆਏ ਕੀਤਾ ਜਾ ਸਕਦਾ ਜੀ। ਸ਼ਰਧਾ ਭਾਵਨਾ ਗੱਲ ਕੀਤੀ ਜਾਵੇ, ਹਾਂਜੀ, ਸ਼ਰਧਾ ਭਾਵਨਾ ਨਾਲ ਜਿਹੜੀ ਧਰਮ ਸ਼ਾਸਤਰੀ ਵਿਧੀ ਉਹ ਸ਼ਰਧਾ ਭਾਵਨਾ ਨੂੰ ਮੁੱਖ ਰੱਖ ਕੇ ਹੀ ਜਿਹੜਾ ਉਹਨਾਂ ਗ੍ਰੰਥਾਂ ਦਾ ਅਧਿਐਨ ਕਰਨ ਨੂੰ ਸਾਨੂੰ ਸੁਝਾਅ ਦਿੰਦੀ ਹੈ। ਸਰਦਾਰ ਹਰਪ੍ਰੀਤ ਸਿੰਘ, ਤੁਸੀਂ ਲੰਬੇ ਸਮੇਂ ਤੋਂ ਗ੍ਰੰਥਾਂ ਨਾਲ ਜੁੜੇ ਪਏ ਹੋ, ਸਿੱਖ ਸਿਧਾਂਤਾਂ ਨਾਲ ਜੁੜੇ ਪਏ ਹੋ, ਬਕਾਇਦਾ ਚਿੱਤਰਕਾਰੀ ਵੀ ਤੁਸੀਂ ਸਿੱਖ ਸਿਧਾਂਤਾਂ ਨੂੰ ਅੱਗੇ ਰੱਖ ਕੇ ਪੇਸ਼ ਕਰਦੇ ਹੋ। ਜਦੋਂ ਗ੍ਰੰਥਾਂ ਦਾ ਅਧਿਐਨ ਕਰਦੇ ਹੋ, ਖਾਸ ਕਰਕੇ ਜੇਕਰ ਗੁਰਪ੍ਰਤਾਪ ਸੂਰਯ ਗ੍ਰੰਥ ਦੀ ਗੱਲ ਕੀਤੀ ਜਾਵੇ, ਇਹਨਾਂ ਨੇ ਵੀ ਗੱਲ ਕੀਤੀ ਡਾਕਟਰ ਅਮਨ ਸਿੰਘ ਨੇ, ਪੱਛਮੀ ਜਿਹੜੀ ਵਿਧੀ ਹੈ, ਜਿਹੜੀ ਕਿ ਤਰਕ ਦੀ ਵਿਦਿਆ ਹੈ, ਉਹ ਅੱਜ ਕਿੱਥੇ ਖੜੀ ਹੈ? ਕੀ ਸੱਚਮੁੱਚ ਸ਼ਰਧਾ ਤੇ ਭਾਵਨਾ ਤੱਕ ਹੀ ਸੀਮਤ ਹੈ ਸਾਡੇ ਗ੍ਰੰਥ ਦੀ ਸਟੱਡੀ? ਨਹੀਂ, ਤਰਕ ਦੇ ਦੇਖੋ ਹੁਣ ਆਪਣੇ ਦੋ ਬਣ ਚੁੱਕਿਆ, ਇੱਕ ਅਕਾਦਮਿਕ ਪੱਖ ਹੈ ਜੀ, ਇੱਕ ਧਾਰਮਿਕ ਪੱਖ ਜੋ ਗੁਰਦੁਆਰੇ ਨਾਲ ਜੁੜਿਆ ਹੋਇਆ ਹੈ। ਚਲੋ ਜਦੋਂ ਅਕਾਦਮਿਕ ਪੱਖ ਹੁੰਦਾ ਉਹ 'ਚ ਚਲੋ ਤਰਕ ਥੋੜਾ ਭਾਰੂ ਹੁੰਦਾ ਹੈ, ਕਿਉਂਕਿ ਲੈਬੋਰੇਟਰੀ ਹੁੰਦੀ ਹੈ, ਸਭ ਕੁਝ ਵੇਖਣਾ ਪੈਂਦਾ। ਬਿਲਕੁਲ, ਪਰ ਉਹਦੇ ਵਿੱਚ ਵੀ ਆਪਾਂ ਜਦ ਸਿੱਖ ਹੋਣ ਦੇ ਨਾਤੇ ਕਰਦੇ ਹਾਂ ਤਾਂ ਬਿਲਕੁਲ ਸਾਰਾ ਕੁਝ ਨਹੀਂ ਕੱਟਿਆ ਜਾ ਸਕਦਾ ਜੀ। ਪਰ ਜਦ ਆਪਾਂ ਗੁਰਦੁਆਰਾ ਸਾਹਿਬਾਨ 'ਚ ਜੋ ਉਹਦੀ ਕਥਾ ਹੁੰਦੀ ਹੈ, ਉਹ ਇਹਦਾ ਪੱਖ ਭਾਰੂ ਰਹੇਗਾ ਹੀ ਜਦੋਂ ਵੀ ਕੀਤੀ ਜਾਵੇਗਾ ਅਧਿਐਨ। ਜੇ ਆਪਾਂ ਇਹ ਨਹੀਂ ਕਰਾਂਗੇ ਤਾਂ ਆਪਾਂ ਇਤਿਹਾਸ ਤੋਂ ਦੂਰ ਹੁੰਦੇ ਚਲੇ ਜਾਵਾਂਗੇ ਤੇ ਧਰਮ ਨਾਲ ਟੁੱਟਦੇ ਜਾਵਾਂਗੇ। ਜੇ ਧਰਮ ਨੂੰ ਕਰਾਮਾਤ ਕੱਢ ਦਈਏ, ਮਿਥਿਹਾਸ ਕੱਢ ਦਈਏ, ਦੇਖੋ ਪੱਛਮ ਦੇ ਧਰਮਾਂ ਵਿੱਚ ਵੀ ਇੱਕ ਮਿਥਿਹਾਸ ਪਿਆ ਜੀ। ਯੂਨਾਨ ਦੇ ਬਥੇਰੇ ਦੇਵਤੇ ਆ ਜੋ ਹਿੰਦੂ ਧਰਮ ਦੇ ਦੇਵਤਿਆਂ ਨਾਲ ਰਲਦੇ ਨੇ, ਉਹਨਾਂ ਨੇ ਕਦੇ ਨਹੀਂ ਇਹੋ ਜਿਹੀ ਗੱਲ ਕੀਤੀ ਹੈ ਵੀ ਆਪਾਂ ਕੱਢ ਕੇ ਪਰੇ ਕਰ ਦਈਏ ਇਹਨਾਂ ਨੂੰ। ਮੇਨ ਗੱਲ ਹੈ ਗੁਰੂ ਬਾਬੇ ਦੀ ਵਡਿਆਈ, ਗੁਰੂ ਬਾਬੇ ਦੀ ਸੋਭਾ ਗਾਣੀ ਸੰਗਤ ਦੇ ਸਾਹਮਣੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦਾ ਹੈ ਪਾਵਨ ਪਵਿੱਤਰ ਗ੍ਰੰਥ ਗੁਰਪ੍ਰਤਾਪ ਸੂਰਯ ਗ੍ਰੰਥ। ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਅੱਜ ਬੜਾ ਹੀ ਆਨੰਦ ਤੇ ਬੜੀ ਖੁਸ਼ੀ ਹੋਈ ਜਦੋਂ ਇਸ ਪਾਵਨ ਪਵਿੱਤਰ ਗ੍ਰੰਥ ਬਾਰੇ ਅਹਿਮ ਜਾਣਕਾਰੀ ਸਾਡੇ ਅਤੀ ਸਤਿਕਾਰਯੋਗ ਸਰਦਾਰ ਹਰਪ੍ਰੀਤ ਸਿੰਘ ਨਾਜ਼ ਅਤੇ ਡਾਕਟਰ ਅਮਨ ਸਿੰਘ ਨੇ ਦਿੱਤੀ। ਸੱਚਮੁੱਚ ਅੱਜ ਲੋੜ ਹੈ, ਜਿਹੜਾ ਕੋਈ ਇਸ ਗ੍ਰੰਥ ਨੂੰ ਪੜ੍ਹਨਾ ਚਾਹੁੰਦਾ ਹੈ, ਆਪਣੇ ਲੈਵਲ ਤੇ ਪੜ੍ਹਨਾ ਹੈ, ਕਿਵੇਂ ਸਟੱਡੀ ਕਰੀਏ, ਗੁਰੂ ਬਾਬੇ ਦੀ ਭਾਵਨਾ ਨੂੰ, ਗੁਰ ਇਤਿਹਾਸ ਨੂੰ ਅੱਗੇ ਰੱਖ ਕੇ, ਗੁਰੂ ਸ਼ਰਧਾ ਨੂੰ ਅੱਗੇ ਰੱਖ ਕੇ ਕੀਤੀ ਜਾਵੇ। ਤੇ ਜਿਹੜਾ ਸਰਵਣ ਕਰਦਾ ਹੈ ਉਹ ਭਾਵਨਾ ਦੇ ਵਿੱਚ, ਪਿਆਰ ਦੇ ਵਿੱਚ ਵਹਿ ਕੇ ਇਸ ਗ੍ਰੰਥ ਦੀ ਜਿਹੜੀ ਕਥਾ ਹੈ ਸਰਵਣ ਕਰਦਾ ਹੈ। ਆਸ ਇੱਕੋ ਹੀ ਹੈ, ਭਰੋਸਾ ਇੱਕੋ ਹੀ, ਗੁਰੂ ਬਾਬੇ ਦੀ ਖੁਸ਼ੀ ਦਾ ਪਾਤਰ ਬਣਨਾ, ਗੁਰੂ ਸਾਹਿਬ ਦੀਆਂ ਅਸੀਸਾਂ ਲੈਣੀਆਂ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਰਦਾਰ ਹਰਪ੍ਰੀਤ ਸਿੰਘ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਵੱਡੇ ਇੱਕ ਅਹਿਮ ਗ੍ਰੰਥ ਦੀ ਜਾਣਕਾਰੀ ਅੱਜ ਸਾਡੀ ਸੰਗਤਾਂ ਨੂੰ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।